ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੋਲਡਨ ਟੈਂਪਲ ਦਾ ਨਾਂ ਕਿਸ ਨੇ ਨਹੀਂ ਸੁਣਿਆ ਹੋਵੇਗਾ। ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕੀਤਾ ਹੈ ਗੋਲਡਨ ਟੈਂਪਲ ਨੂੰ। ਅੱਜ ਪੂਰਾ ਇਤਿਹਾਸ ਜਾਣਦੇ ਹਾਂ। ਗੋਲਡਨ ਟੈਂਪਲ ਇੰਡੀਆ ਦੇ ਨਾਰਥ ਸਟੇਟ ਪੰਜਾਬ ਦੇ ਇੱਕ ਸ਼ਹਿਰ ਅੰਮ੍ਰਿਤਸਰ 'ਚ ਹੈ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਵਸਾਉਣ ਲਈ ਉਸ ਜ਼ਮੀਨ ਨੂੰ ਦੇਖਿਆ ਸੀ, ਯਾਨੀ ਉਹਦੀ ਨਿਸ਼ਾਨਦੇਹੀ ਕੀਤੀ ਸੀ। ਤਤਪਸ਼ਚਾਤ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਆਪਣੀ ਨਿਗਰਾਨੀ 'ਚ ਉਸ ਸ਼ਹਿਰ ਨੂੰ ਵਸਾਇਆ। ਸ਼ਹਿਰ ਨੂੰ ਵਸਾਉਣ ਲਈ ਵਪਾਰੀ ਔਰ ਹਰ ਵਸਤੂ ਦੀ ਲੋੜ ਹੁੰਦੀ ਹੈ। ਉਹਨਾਂ ਸਾਰਿਆਂ ਨੂੰ ਕਨਵਿੰਸ ਕੀਤਾ ਅਤੇ ਅੰਮ੍ਰਿਤਸਰ ਸ਼ਹਿਰ ਦੀ ਵਸਾਵਟ ਸ਼ੁਰੂ ਹੋਈ। ਔਰ ਉਸ ਦੇ ਬਾਅਦ ਇਸ ਸਥਾਨ ਦੇ ਉੱਤੇ ਸਰੋਵਰ ਬਣਾਉਣ ਦੀ ਗੱਲ ਆਈ। ਇਹ ਸਰੋਵਰ, ਇਹ ਪੂਲ ਜਾਂ ਤਾਲਾਬ ਮੈਨ ਮੇਡ ਹੈ। ਇਹ ਕਿਸੇ ਮਸ਼ੀਨ ਨਾਲ ਨਹੀਂ ਖੋਦਿਆ ਗਿਆ। ਅੰਦਾਜ਼ਨ 5 ਮੀਟਰ ਤੋਂ ਉੱਤੇ ਜੋ ਹੈ ਉਹ ਇਸ ਦੀ ਗਹਿਰਾਈ ਹੈ। ਔਰ ਇਸ ਦੇ ਨਾਲ ਦੀ ਜੁੜੀ ਸਾਰੀ ਚੀਜ਼ਾਂ ਨੂੰ ਅੱਜ ਅਸੀਂ ਡਿਸਕਸ ਕਰਾਂਗੇ। 1581 ਦੇ ਵਿੱਚ ਜੋ ਹੈ ਉਹ ਜ਼ਮੀਨ ਦਾ ਕੰਮ ਸ਼ੁਰੂ ਹੋਇਆ ਔਰ 8 ਸਾਲ ਦੇ ਅੰਦਰ ਅੰਦਰ ਗੁਰੂ ਰਾਮਦਾਸ ਜੀ ਨੇ ਔਰ ਬਾਬਾ ਬੁੱਢਾ ਜੀ ਨੇ, ਬਾਬਾ ਬੁੱਢਾ ਜੀ ਬਾਰੇ ਬਹੁਤ ਸਾਰੀ ਗੱਲਾਂ ਅੱਗੇ ਕਿਸੇ ਵੀਡੀਓ 'ਚ ਕਰਾਂਗੇ। ਬਹੁਤ ਹੀ ਸਨਮਾਨੀ ਵਿਅਕਤੀਤਵ ਸੀ ਔਰ ਉਹਨਾਂ ਬਾਰੇ ਜਦ ਤੁਸੀਂ ਜਾਣੋਗੇ ਤੁਹਾਡੇ ਮਨ 'ਚ ਬਹੁਤ ਜ਼ਿਆਦਾ ਉਹਨਾਂ ਪ੍ਰਤੀ ਸ਼ਰਧਾ ਆਏਗੀ। ਅਤੇ ਉਸ ਨਿਗਰਾਨੀ ਦੇ ਵਿੱਚ ਇਸ ਸਰੋਵਰ ਦਾ ਕੰਮ ਪੂਰਾ ਹੋਇਆ ਔਰ ਇਸ 'ਚ 8 ਸਾਲ ਲੱਗੇ। ਤਤਪਸ਼ਚਾਤ ਗੁਰਦੁਆਰੇ ਦਾ ਨਿਰਮਾਣ ਹੋਇਆ ਔਰ ਇਸ ਨੂੰ ਅਸੀਂ ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਕਿਹਾ। ਹਰੀ ਮੰਦਰ, ਹਰ ਸ਼ਬਦ ਜਾਂ ਹਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਇਹ ਇੱਕ ਪਰਮਾਤਮਾ ਨੂੰ ਕਿਹਾ ਜਾਂਦਾ ਹੈ। ਪਰਮਾਤਮਾ ਲਈ ਅਸੀਂ ਇਹ ਸ਼ਬਦ ਇਸਤੇਮਾਲ ਕਰਦੇ ਹਾਂ। ਗੋਲਡਨ ਟੈਂਪਲ ਅਸੀਂ ਬਾਅਦ 'ਚ ਕਵਾਂਗੇ। ਅਤੇ 1604 'ਚ ਫਿਰ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵਾਰੀ ਆਦਿ ਗ੍ਰੰਥ, ਜਿਹਨੂੰ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਆਦਿ ਗ੍ਰੰਥ ਦੀ ਸਥਾਪਨਾ ਗੁਰਦੁਆਰੇ 'ਚ ਕੀਤੀ ਔਰ ਉਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸੀ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਆਪਣੇ ਇੱਕ ਲਾਹੌਰ ਦੇ ਦੋਸਤ ਸਾਈਂ ਮੀਆਂ ਮੀਰ ਜੀ, ਜੋ ਇੱਕ ਮੁਸਲਿਮ ਭਰਾ ਸੀ, ਉਹਨਾਂ ਤੋਂ ਇਸ ਗੁਰਦੁਆਰੇ ਦੀ ਨੀਂਹ ਰਖਵਾਈ, ਪਹਿਲੀ ਇੱਟ ਰਖਵਾਈ। ਕਿਤੇ ਕਿਤੇ ਇਹ ਮਤ ਵੀ ਹੈ ਕਿ ਪਹਿਲੀ ਇੱਟ ਗੁਰੂ ਅਰਜਨ ਦੇਵ ਜੀ ਨੇ ਰਖਵਾਈ, ਪਰ ਅਸੀਂ ਦੇਖਾਂਗੇ ਅੱਗੇ ਕਿ ਕਿਉਂ ਇਸ ਚੀਜ਼ਾਂ ਨੂੰ ਅਸੀਂ ਮੈਂਸ਼ਨ ਕਰਦੇ ਹਾਂ। ਕਹਿੰਦੇ ਹੈ ਕਿ ਇਹ ਜ਼ਮੀਨ ਜਿਹੜੀ ਸੀ, ਇਹ ਜ਼ਮੀਨ ਇੱਕ ਤੁੰਗ ਪਿੰਡ ਸੀ। ਉੱਥੇ ਦੇ ਵਾਸੀਆਂ ਕੋਲ 700 ਰੁਪਏ ਪਰ ਹੈਡ ਲੈ ਕੇ ਜੋ ਹੈ ਉਹ ਦਰਬਾਰ ਸਾਹਿਬ ਦਾ ਨਿਰਮਾਣ ਹੋਇਆ। ਦੂਸਰਾ ਮਤ ਵੀ ਕਿਤੇ ਲਿਖਿਆ ਹੈ ਕਿ ਅਕਬਰ ਨੇ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੀ ਮਹਿਲ ਯਾਨੀ ਪਤਨੀ ਮਾਤਾ ਬੀਬੀ ਭਾਨੀ ਜੀ ਨੂੰ ਦਾਨ ਕੀਤਾ ਸੀ। ਗੋਲਡਨ ਟੈਂਪਲ ਬਣਨ ਤੋਂ ਬਾਅਦ ਕਰੀਬ 200 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ
ਇਸ ਨੂੰ ਰੈਨੋਵੇਟ ਕੀਤਾ ਮਾਰਬਲ ਔਰ ਕਾਪਰ, ਤਾਂਬੇ ਨਾਲ, ਔਰ ਉਹਦੇ ਉੱਤੇ ਸੋਨੇ ਦੀ ਪਲੇਟਿੰਗ ਕੀਤੀ, ਪਰਤ ਚੜਾਈ। ਉਸ ਵੇਲੇ 162 ਕਿਲੋ ਸੋਨਾ ਇਸ ਤੇ ਲੱਗਾ ਸੀ, ਜਿਸ ਦੀ ਕੀਮਤ ਉਸ ਸਮੇਂ 65 ਲੱਖ ਸੀ। ਔਰ ਤੁਹਾਨੂੰ ਪਤਾ ਹੋਏਗਾ ਕਿ ਉਸ ਸਮੇਂ ਮੁਗਲ ਰਾਜ ਸੀ, ਅਫਗਾਨਿਸਤਾਨ ਤੋਂ ਜਿਹੜੇ ਸ਼ਾਸਕ ਅਤਿਆਚਾਰੀ ਆਉਂਦੇ ਸੀ। ਇਹ ਇਤਿਹਾਸ 'ਚ ਹੈਗਾ, ਕਈ ਵਾਰੀ ਗੋਲਡਨ ਟੈਂਪਲ ਦਰਬਾਰ ਸਾਹਿਬ ਨੂੰ ਢਾਇਆ ਗਿਆ, ਇੱਥੇ ਤੱਕ ਕਿ ਸਰੋਵਰ ਨੂੰ ਵੀ ਪੂਰ ਦਿੱਤਾ ਗਿਆ ਅਰਥਾਤ ਮਿੱਟੀ ਭਰ ਦਿੱਤੀ ਗਈ, ਪਰ ਸਿੱਖ ਸੰਗਤਾਂ ਨੇ ਫਿਰ ਤੋਂ ਉਸ ਦਾ ਨਿਰਮਾਣ ਕੀਤਾ। ਔਰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਰੀਬ 100 ਸਾਲ ਬਾਅਦ ਉਸ ਦੇ ਉੱਤੇ ਫਿਰ ਤੋਂ 500 ਕਿਲੋ ਸੋਨਾ ਲਗਾਇਆ, ਜਿਸ ਦੀ ਕੁੱਲ ਕੀਮਤ ਅੱਜ ਕਹਿੰਦੇ ਆ 142 ਕਰੋੜ ਮੰਨੀ ਜਾਂਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਇਹ ਕਿ ਹੁਣ ਇਸ ਸ਼ਹਿਰ ਦਾ ਨਾਂ ਹੋ ਗਿਆ ਅੰਮ੍ਰਿਤਸਰ। ਕਿਉਂਕਿ ਪੂਲ ਦੇ ਵਿੱਚ ਪਾਣੀ, ਜਲ ਔਰ ਫਿਰ ਉੱਥੇ ਵਾਣੀ ਦਾ ਸੰਚਾਰ ਹੋਣ ਨਾਲ ਜਲ ਜੋ ਹੈ ਅੰਮ੍ਰਿਤ ਬਣ ਜਾਂਦਾ ਹੈ। ਅੰਮ੍ਰਿਤਸਰ, ਸਰ ਜੋ ਹੈ ਸਰੋਵਰ ਲਈ ਇਸਤੇਮਾਲ ਹੋਇਆ, ਔਰ ਅੰਮ੍ਰਿਤ ਜੋ ਜਲ ਉੱਥੇ ਹੈ। ਦਰਬਾਰ ਸਾਹਿਬ ਸ਼ਹਿਰ ਤੋਂ ਥੋੜਾ ਨੀਵਾਂ ਕਰਕੇ ਬਣਾਇਆ ਗਿਆ ਹੈ। ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਜਾਂਦੇ ਹਾਂ ਔਰ ਫਿਰ ਸੀੜੀਆਂ ਉਤਰ ਕੇ ਥੱਲੇ ਜਾਈਦਾ ਤਾਂ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਹਨ। ਇਹ ਮਤ ਸੀ ਸਾਡੇ ਗੁਰੂਆਂ ਦਾ ਕਿ ਮਨ ਨੀਵਾਂ ਮਤ ਉੱਚੀ। ਜਦੋਂ ਅਸੀਂ ਆਪਣਾ ਅਹਿਮ ਹਉਮੈ ਜਾਂ ਈਗੋ ਨੂੰ ਥੱਲੇ ਰੱਖਦੇ ਹਾਂ ਤਾਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਦੂਸਰੇ ਧਰਮਾਂ 'ਚ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਪਹਾੜਾਂ ਦੇ ਉੱਤੇ ਜੋ ਹੈ ਉਹ ਉਹਨਾਂ ਦੇ ਸਥਲ ਬਣੇ ਹੋਏ ਆ। ਇੱਥੇ ਤੁਹਾਨੂੰ ਥੱਲੇ ਜਾਣਾ ਹੈ ਜੋ ਹੈ ਸਿਰ ਨੀਵਾਂ ਕਰਕੇ। ਦਰਬਾਰ ਸਾਹਿਬ ਦੇ 4 ਦੁਆਰ ਹੈ, ਕਿਤੇ ਨਹੀਂ ਤੁਸੀਂ ਦੇਖੇ ਹੋਣਗੇ ਇਸ ਤਰ੍ਹਾਂ। ਉਸ ਸਮੇਂ ਦੀ ਜੋ ਸਮਾਜਿਕ ਸਥਿਤੀ ਸੀ, ਜਿਸ ਨੂੰ ਦੂਰ ਕਰਨ ਲਈ ਹੀ ਸਾਡੇ 10 ਗੁਰੂਆਂ ਨੇ ਮਿਹਨਤ ਕੀਤੀ, ਉਹ ਸੀ ਇੱਥੇ ਦੀ ਵਰਣ ਵਿਵਸਥਾ, ਅਰਥਾਤ ਇੱਥੇ 4 ਜਾਤੀਆਂ ਦੇ ਵਿੱਚ ਇਹ ਵੰਡੇ ਹੋਏ ਸੀ, ਜਿੱਥੇ ਦੀ ਥੱਲੇ ਦੀ 2-3 ਜਾਤੀਆਂ ਨੂੰ ਇਹਨਾਂ ਦੇ ਮੰਦਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਸਾਡੇ ਇਹ 4 ਦੁਆਰ ਸਾਨੂੰ ਇਹੋ ਹੀ ਦੱਸਦੇ ਹੈ ਕਿ ਅਸੀਂ ਧਰਮ ਔਰ ਵਰਣ ਵਿਵਸਥਾ ਦੇ ਵਿੱਚ ਇਕੁਐਲਿਟੀ ਸਮਝਦੇ ਹਾਂ। ਕੋਈ ਵੀ ਕਿਸੇ ਦੁਆਰ ਤੋਂ ਆ ਸਕਦਾ ਹੈ। ਗੋਲਡਨ ਟੈਂਪਲ ਬਾਰੇ ਹੋਰ ਵੀ ਕਈ ਬੜੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਸੁਣਨ ਤੋਂ ਬਾਅਦ ਹੈਦਰਾਬਾਦ ਦੇ 7ਵੇਂ ਨਿਜ਼ਾਮ ਉਸਮਾਨ ਅਲੀ ਜੀ, ਉਹ ਵੀ ਦਰਬਾਰ ਸਾਹਿਬ ਲਈ ਜੋ ਹੈ ਉਹ ਧਨ ਡੋਨੇਟ ਕਰਦੇ ਸੀ। ਹੁਣ ਦਰਬਾਰ ਸਾਹਿਬ ਦੀ ਪਰਿਕਰਮਾ ਅਗਰ ਅਸੀਂ ਕਰੀਏ ਤੇ ਸਾਨੂੰ 3 ਬੇੜ ਦੇ ਪੇੜ ਮਿਲਦੇ। ਇਸ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਤੀਜੀ ਪਾਤਸ਼ਾਹੀ ਨੇ ਜਦ ਇਹ ਜਗ੍ਹਾ ਦੇਖੀ ਸੀ ਤਾਂ ਇਸ ਨੂੰ ਗੁਰੂ ਦਾ ਚੱਕ ਨਾਂ ਦਿੱਤਾ ਸੀ, ਔਰ ਜਦ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸੀ ਤਾਂ ਅੰਮ੍ਰਿਤਸਰ ਤੋਂ ਪਹਿਲਾਂ ਇਸ ਨੂੰ ਰਾਮਦਾਸਪੁਰ ਕਹਿੰਦੇ ਸੀ। ਤੇ ਹੁਣ ਪਰਿਕਰਮਾ ਕਰਦੇ ਹੋਏ ਅਸੀਂ ਦੇਖਾਂਗੇ ਕਿ ਇੱਥੇ 3 ਬੇਰ ਦੇ ਪੇੜ ਸਾਨੂੰ ਦਿਖਾਈ ਦਿੰਦੇ ਹੈ। ਇਹ ਪਹਿਲਾ ਪੇੜ ਹੈ, ਬੇਰ ਦਾ ਪੇੜ ਹੈ, ਇਹਨੂੰ ਬੇਰ ਬੁੱਢਾ ਜੀ ਕਹਿੰਦੇ ਹੈ। ਕਿਉਂਕਿ ਬਾਬਾ ਬੁੱਢਾ ਜੀ ਨੇ ਆਪਣੇ ਸੁਪਰਵਿਜ਼ਨ ਇਸੇ ਪੇੜ ਦੇ ਥੱਲੇ ਬਹਿ ਕੇ ਇਸ ਥਲ ਦੇ ਨਿਰਮਾਣ ਲਈ ਕੀਤਾ ਸੀ। ਦੂਜਾ ਬੇਰ ਦਾ ਵਰਕਸ਼ ਹੈ, ਉਸਨੂੰ ਲਾਚੀ ਬੇਰ ਕਹਿੰਦੇ ਹੈ। ਔਰ ਤੀਜਾ ਬੇਰ ਦਾ ਪੇੜ ਹੈ ਜਿਸ ਨੂੰ ਦੁੱਖ ਭੰਜਨੀ ਬੇਰ ਕਹਿੰਦੇ ਹੈ। ਇਹਦੇ ਬੜੀ ਅੱਛੀ ਸੋਹਣੀ ਕਥਾ ਹੈ। ਉਸ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਗੁਰੂ ਨਾਨਕ ਦੇਵ ਜੀ ਜਦ ਹਿੰਦੂ ਗਿਆਨੀ ਸੰਤ ਪੁਰਸ਼ਾਂ ਨੂੰ, ਯੋਗੀਆਂ ਨੂੰ ਮਿਲਦੇ ਸੀ, ਸਿੱਧ ਪੁਰਸ਼ਾਂ ਨੂੰ ਮਿਲਦੇ ਸੀ, ਤਾਂ ਉਹ ਕਹਿੰਦੇ ਸੀ ਕਿ ਸਾਡੇ ਧਰਮ ਦੇ ਵਿੱਚ ਮੁਕਤੀ ਲਈ ਸਾਨੂੰ 68 ਤੀਰਥ ਕਰਨੇ ਪੈਂਦੇ ਆ। ਗੁਰੂ ਨਾਨਕ ਦੇਵ ਜੀ
ਹਮੇਸ਼ਾ ਪ੍ਰਮਾਣ ਲਈ ਕੋਈ ਨਾ ਕੋਈ ਉਦਾਹਰਣ ਦਿੰਦੇ ਸੀ ਤੇ ਕਹਿੰਦੇ ਹੈ ਉਹਨਾਂ ਨੇ ਕੋਈ ਇੱਕ ਐਸੀ ਸਬਜ਼ੀ ਕੱਦੂ ਲੌਕੀ ਜਾਂ ਐਸੀ ਕੋਈ ਚੀਜ਼ ਉਹਨਾਂ ਨੂੰ ਦਿੰਦੇ ਸੀ ਜੋ ਉਹਨਾਂ ਨੂੰ ਪਤਾ ਸੀ ਕਿ ਇਹ ਕੌੜੀ ਹੁੰਦੀ ਹੈ। ਮੈਂ ਇੱਕ ਬਹੁਤ ਹੀ ਅੰਦਰੂਲੇ ਆਦੀਵਾਸੀ ਪਿੰਡਾਂ ਦੇ ਵਿੱਚ ਕਦੀ ਸਰਵਿਸ ਕੀਤੀ ਹੈ। ਉੱਥੇ ਮੈਂ ਦੇਖਿਆ ਸੀ ਕਿ ਲੋਕੀ ਜੋ ਹੈ ਇਹ ਇੱਕ ਲੌਕੀ ਵਰਗੀ ਚੀਜ਼ ਨੂੰ ਲੈ ਕੇ ਜਾ ਰਹੇ ਹੈ, ਉਹਦੇ ਵਿੱਚ ਛੇਦ ਹੈਗਾ, ਉਹਦੇ 'ਚ ਪਾਣੀ ਭਰਿਆ। ਅਸੀਂ ਪੁੱਛਿਆ ਇਹ ਕੀ ਹੈ? ਇਹ ਕਹਿੰਦੇ ਇੱਕ ਪ੍ਰਕਾਰ ਦੀ ਲੌਕੀ ਹੁੰਦੀ ਹੈ ਜੋ ਕੌੜੀ ਹੁੰਦੀ ਹੈ ਅਤੇ ਇਸ ਨੂੰ ਅਸੀਂ ਸੁਕਾ ਕੇ ਔਰ ਇਹਨੂੰ ਪਾਣੀ ਭਰਨ ਦਾ ਇੱਕ ਕੈਨ ਜਿਹਾ ਬਣਾ ਲੈਂਦੇ ਹਾਂ। ਵੈਸੀ ਚੀਜ਼ ਉਹਨਾਂ ਨੇ ਦਿੱਤੀ ਕਿ ਜਦ ਵੀ ਤੁਸੀਂ ਤੀਰਥ ਜਾਓਗੇ ਇਸ ਨੂੰ ਵੀ ਤੁਸੀਂ ਇਸ਼ਨਾਨ ਕਰਾ ਕੇ ਸ਼ੁੱਧ ਕਰਕੇ ਲਿਆਇਓ। ਔਰ ਲਿਆਉਣ ਤੋਂ ਬਾਅਦ ਉਹਨੂੰ ਖੁਰਚ ਕੇ ਉਹਨਾਂ ਨੂੰ ਦਿੰਦੇ ਸੀ ਆ ਸੰਗਤਾਂ ਨੂੰ ਕਿ ਚੱਖ ਕੇ ਦੱਸੋ ਤੁਸੀਂ। ਉਹ ਚੱਖਣ ਤੋਂ ਬਾਅਦ ਕਹਿੰਦੇ ਸੀ ਕਿ ਇਹ ਤੇ ਕੌੜੀ ਹੈ। ਉਹ ਕਹਿੰਦੇ ਸੀ ਦੇਖਿਆ ਤੁਸੀਂ ਤੀਰਥਾਂ ਦੇ ਵਿੱਚ ਅਗਰ ਜਾ ਕਰ ਬਾਹਰੀ ਸਫਾਈ ਕਰੋਗੇ, ਬਾਹਰੀ ਸ਼ੁੱਧਤਾ ਕਰੋਗੇ ਤੇ ਕੌੜੀ ਚੀਜ਼ ਕੌੜੀ ਹੀ ਰਹੇਗੀ। ਇਹ ਦੁੱਖ ਭੰਜਨੀ ਬੇਰ ਦੇ ਤਣੇ ਦੇ ਵਿੱਚ ਸਟੈਮ ਦੇ ਚਾਰੋਂ ओर एक कैनोपी है, एक थड़ा ਬਣਿਆ ਹੈ ਔਰ ਇੱਥੇ ਦਾ ਨਾਂ ਹੈ ਅਥ ਸਥ ਤੀਰਥ। ਦਰਅਸਲ ਇੰਗਲਿਸ਼ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ, ਹਿੰਦੀ ਦੇ ਵਿੱਚ ਵੀ, ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਅਥ ਸਥ ਕੋਈ, ਦਰਅਸਲ ਇਹ 68 ਤੀਰਥ ਹੈ। ਔਰ ਇਹ ਮਾਨਤਾ ਹੈ ਕਿ ਅਗਰ ਇੱਥੇ ਇਸ਼ਨਾਨ ਕਰਦੇ ਹਾਂ ਇਸ ਜਗ੍ਹਾ ਤੇ ਸਾਨੂੰ 68 ਤੀਰਥਾਂ ਦਾ ਜੋ ਲਾਭ ਹਿੰਦੂ ਧਰਮ 'ਚ ਕਿਹਾ ਗਿਆ ਹੈ ਉਹ ਮਾਤਰ ਇੱਥੇ ਨਹਾਉਣ ਨਾਲ ਸਾਨੂੰ ਮਿਲਦਾ ਹੈ। ਦੁੱਖ ਭੰਜਨੀ ਬੇਰ ਦੇ ਨਾਲ ਹੋਰ ਜਿਹੜੀ ਕਥਾ ਜੁੜੀ ਹੈ ਉਹ ਬੜੀ ਅੱਛੀ ਇੰਟਰਸਟਿੰਗ ਹੈਗੀ ਹੈ ਕਿ ਜਦ ਸਰੋਵਰ ਦਾ ਨਿਰਮਾਣ ਹੋ ਰਿਹਾ ਸੀ ਤੇ ਇਸ ਬੇਰੀ ਦੇ ਕਿਨਾਰੇ ਇੱਕ ਬੀਬੀ ਜਿਹਦੇ ਪਿਤਾ ਨੇ ਇੱਕ ਕੋੜੀ ਦੇ ਨਾਲ ਉਹਦਾ ਵਿਆਹ ਕਰਤਾ ਸੀ। ਕੋੜੀ ਮਤਲਬ ਕੋੜ ਰੋਗ ਨਾਲ ਜਿਹੜਾ ਸਫਰ ਕਰਦਾ ਹੈ। ਕੋੜ ਮਤਲਬ ਲੈਪਰਸੀ ਹੁੰਦੀ ਸੀ ਪਹਿਲੇ ਜ਼ਮਾਨੇ 'ਚ, ਜੋ ਸਰੀਰ 'ਚ ਚਿੱਟੇ ਚਿੱਟੇ ਦਾਗ ਕਰ ਦਿੰਦੀ ਸੀ ਔਰ ਇਹ ਬਾਅਦ 'ਚ ਆਦਮੀ ਨੂੰ ਵਿਕਲਾਂਗ ਕਰਦੀ ਸੀ। ਅਤੇ ਉਹ ਆਪਣੇ ਪਤੀ ਨੂੰ ਉੱਥੇ ਲਿਆ ਕੇ ਉਹਨੇ ਰੱਖਿਆ ਔਰ ਉਹਨਾਂ ਦੀ ਇਹ ਸੋਚਣਾ ਸੀ ਕਿ ਪ੍ਰਭੂ ਜੋ ਹੈ ਉਹ ਮੇਰੀ ਸੁਣਨਗੇ ਔਰ ਇਹ ਠੀਕ ਹੋ ਜਾਣਗੇ। ਉਸ ਕੋੜੀ ਵਿਅਕਤੀ ਨੇ ਦੇਖਿਆ ਕਿ ਇਹ ਸਰੋਵਰ ਦੇ ਵਿੱਚ ਜੋ ਹੈ ਕਾਲੇ ਰੰਗ ਦੇ ਕਾਂ ਕਾਲੇ ਹੁੰਦੇ, ਉਹ ਉੱਥੇ ਜਾ ਕੇ ਇਸ਼ਨਾਨ ਕਰਦੇ ਆ, ਡੁੱਬਦੇ ਆ ਔਰ ਜਦ ਨਿਕਲਦੇ ਆ ਤੇ ਸਫੇਦ ਬਗਲੇ ਵਰਗੂ ਹੋ ਜਾਂਦੇ ਆ। ਉਹਨਾਂ ਨੇ ਕਿਹਾ ਕਿ ਸ਼ਾਇਦ ਮੇਰੀ ਵੀ ਦੁੱਖ ਦੂਰ ਹੋ ਜਾਏਗਾ। ਉਹ ਘਿਸਟਦੇ ਹੋਏ ਗਏ ਔਰ ਪਾਣੀ ਦੇ ਵਿੱਚ ਚਲੇ ਗਏ ਔਰ ਜਦ ਬਾਹਰ ਆਏ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਦੁੱਖ ਦੂਰ ਹੋ ਗਿਆ ਔਰ ਉਹਨਾਂ ਦਾ ਕੋੜ ਦੂਰ ਹੋ ਗਿਆ। ਉਹਨਾਂ ਦੀ ਪਤਨੀ ਜਦ ਆਈ ਤੇ ਉਹ ਬੜੀ ਹੈਰਾਨ ਹੋਈ ਔਰ ਇਹ ਮਾਨਤਾ ਉੱਥੇ ਹੈ, ਇਸ ਕਰਕੇ ਉਸ ਦਾ ਨਾਮ ਹੀ ਹੈ ਦੁੱਖ ਭੰਜਨੀ। ਭੰਜਣਾ ਸ਼ਬਦ ਮਤਲਬ ਦੂਰ ਹੋਣਾ, ਟੁੱਟਣਾ, ਭੱਜ ਗਈ ਕੋਈ ਚੀਜ਼। ਦੁੱਖ ਭੰਜਨੀ ਬੇਰੀ। ਹੋਰ ਬਹੁਤ ਅੱਛੀ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਇਸ ਦਰਬਾਰ ਸਾਹਿਬ 'ਚ ਗੋਲਡਨ ਟੈਂਪਲ 'ਚ ਹਿੰਦੁਸਤਾਨ ਦੇ ਅੰਦਰ ਸਭ ਤੋਂ ਜ਼ਿਆਦਾ ਜਨਤਾ ਤਾਜ ਮਹਿਲ ਦੇਖਣ ਆਉਂਦੀ ਹੈ ਔਰ ਦੂਸਰੀ ਗੋਲਡਨ ਟੈਂਪਲ 'ਚ। ਗੋਲਡਨ ਟੈਂਪਲ 'ਚ ਕਿਹਾ ਜਾਂਦਾ ਹੈ ਅੰਦਾਜ਼ਨ 50 ਤੋਂ 75 ਹਜ਼ਾਰ ਲੋਕ ਰੋਜ਼ ਆਉਂਦੇ ਹੈ ਮੱਥਾ ਟੇਕਣ ਔਰ ਇੰਨੇ ਹੀ ਲੋਕ ਲੰਗਰ ਛਕਦੇ ਹੈ। ਔਰ ਜਿਹੜਾ ਦਿਨ ਤਿਉਹਾਰ ਹੁੰਦਾ ਹੈ ਕਿਸੇ ਗੁਰੂ ਦਾ ਜਨਮ ਦਿਨ ਜਾਂ ਕਿਸੇ ਗੁਰੂ ਦੀ ਸ਼ਹੀਦੀ ਜਾਂ ਵਿਸਾਖੀ, ਇਸ ਦੌਰਾਨ 1 ਲੱਖ ਤੋਂ ਵੀ ਉੱਤੇ ਆਦਮੀ ਮੱਥਾ ਟੇਕਦੇ ਹੈ ਔਰ ਜੋ ਹੈ ਲੰਗਰ ਛਕਦੇ ਹੈ। ਲੰਗਰ ਵੀ ਅਸੀਂ ਪੰਗਤ ਦੇ ਵਿੱਚ ਛਕੀ ਦੀ ਹੈ, ਉਹਦੇ ਵਿੱਚ ਵੀ ਕੋਈ ਜਾਤ ਧਰਮ ਰੰਗ ਔਰ ਧਰਮ ਦਾ ਭੇਦਭਾਵ ਨਹੀਂ ਹੁੰਦਾ ਹੈ। ਔਰ ਆਖਰੀ ਚੀਜ਼ ਕਰੀਬ 35% ਜੋ ਜਨਤਾ ਹੁੰਦੀ ਹੈ ਉਹ ਦੂਸਰੇ ਧਰਮਾਂ ਦੀ ਹੁੰਦੀ ਹੈ। ਸਿੱਖ ਧਰਮ ਤੋਂ ਇਲਾਵਾ ਹਰ ਧਰਮ ਦਾ ਵਿਅਕਤੀ ਉੱਥੇ ਆਣ ਕੇ ਮੱਥਾ ਟੇਕਦਾ ਹੈ। ਗੋਲਡਨ ਟੈਂਪਲ ਸਾਡੇ ਲਈ ਬਹੁਤ ਹੀ ਪੂਜਨੀय ਹੈ। ਦਰਬਾਰ ਸਾਹਿਬ ਉੱਦਾਂ ਹੋਰ ਵੀ ਸਥਾਨ ਨੂੰ ਅਸੀਂ ਕਹੀਦਾ ਹੈ, ਲੇਕਿਨ ਗੋਲਡਨ ਟੈਂਪਲ ਇੱਕੋ ਹੀ ਨਾਂ ਨਾਲ ਜਾਣਿਆ ਜਾਂਦਾ ਹੈ। ਪੂਰੇ ਵਰਲਡ ਦੇ ਵਿੱਚ ਐਸਾ ਕੋਈ ਵਿਅਕਤੀ ਨਹੀਂ ਹੋਏਗਾ ਇਸ ਸੰਸਾਰ ਦਾ ਜੋ ਗੋਲਡਨ ਟੈਂਪਲ ਨਾਂ ਲੈਣ ਨਾ ਜਾਣੇ ਕਿ ਇਹ ਕਿੱਥੇ ਹੈ। ਇੰਨਾ ਹੀ ਅੱਜ ਦੀ ਵੀਡੀਓ ਦੇ ਵਿੱਚ।
सुनन ਲਈ ਬਹੁਤ ਬਹੁਤ ਧੰਨਵਾਦ। ਵੀਡੀਓ ਤੋਂ ਪਤਾ ਲੱਗ ਰਿਹਾ ਹੈ ਕਿ ਬਹੁਤ ਅੱਛੀ ਤਰ੍ਹਾਂ ਲੋਕ ਦੇਖ ਰਹੇ ਹੈ, ਸੁਣ ਰਹੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।